ਦਵਾਉਂਦੀ ਵੀ ਸਰਕਾਰ ਸਾਡੇ ਮਸਲਿਆਂ ਪ੍ਰਤੀ ਤੇ ਸਾਡੇ ਸੰਘਰਸ਼ ਨੂੰ ਲੈ ਕੇ ਸੀਰੀਅਸ ਆ ਤੇ ਸਾਨੂੰ ਉਹਦਾ ਹੱਲ ਦੇਣਾ ਚਾਹੁੰਦੀ ਆ। ਅੱਜ ਤੱਕ ਤੁਸੀਂ ਮੇਰੀਆਂ ਲੱਤਾਂ ਖਿੱਚਦੇ ਰਹੇ, ਪਰ ਮੈਂ ਹਮੇਸ਼ਾ ਹੀ ਇਹ ਕਹਿੰਦਾ ਰਿਹਾ ਮੈਂ ਤੁਹਾਡੇ ਨਾਲ ਆ ਤੇ ਅੱਜ ਵੀ ਨਾਲ ਆ। ਤੁਸੀਂ ਕਿਸਾਨ ਆਗੂ, ਅਸੀਂ ਤੁਹਾਡੇ ਨਾਲ ਲੱਗਦੇ ਹਾਂ। ਚਲੋ ਲਓ, ਲੱਗੋ ਅੱਗੇ। ਸਾਨੂੰ ਦੇਖੋ, ਸੰਘਰਸ਼ ਨੂੰ ਕਿਸੇ ਹੋਰ ਪਾਸੇ ਨਾ ਲੈ ਕੇ ਜਾਈਏ। ਸੰਘਰਸ਼ ਅਸੀਂ ਜਿੱਤ ਸਕਦੇ ਹਾਂ, ਜਿੱਤ ਸਾਡੀ ਹੋਊ। ਸਾਨੂੰ ਕਿਤੇ ਜਾਣ ਦੀ ਜ਼ਰੂਰਤ ਨਹੀਂ, ਦਿੱਲੀ ਇੱਥੇ ਆਊ। ਇੱਕ ਗੱਲ ਹੋਰ ਆ, ਜਦੋਂ 7 ਜਾਣੇ ਇੱਕ ਕਮੇਟੀ ਬਣਾ ਕੇ ਗਏ, ਉਹਨਾਂ ਨੇ ਸੱਤਾ ਨੂੰ ਨਹੀਂ ਖਰੀਦਣਾ, ਉਹਨਾਂ ਨੇ ਇੰਡੀਵਿਜੂਅਲਸ ਨੂੰ ਅਟੈਕ ਕਰਨਾ, ਇੱਕ ਬੰਦੇ ਨੂੰ ਖਰੀਦਣਾ। ਕਿਉਂਕਿ ਜਦੋਂ ਸਰਕਾਰ ਦੀਆਂ ਨੀਤੀਆਂ ਨੂੰ ਨਹੀਂ ਅਸੀਂ ਸਮਝਾਂਗੇ, ਉਹਨਾਂ ਦੀ ਮਾਨਸਿਕਤਾ, ਉਹਨਾਂ ਦੀ ਤਾਸੀਰ ਨਹੀਂ ਸਮਝਾਂਗੇ। ਇੰਡੀਅਨ ਸਟੇਟ ਨਾਲ ਲੜ ਰਹੇ ਆ, ਖਾਲਾ ਜੀ ਦਾ ਵਾੜਾ ਨਹੀਂ ਆ। ਤੇ ਮੇਰੀ ਬੇਨਤੀ ਆ, ਰਲ ਮਿਲ ਕੇ ਇਕੱਠੇ ਲੜੀਏ, ਇੱਕ ਦੂਜੇ ਦੀਆਂ ਲੱਤਾਂ ਨਾ ਖਿੱਚੀਏ। ਤੁਸੀਂ ਪ੍ਰੋਗਰਾਮ ਦਿਓ ਸ਼ੰਭੂ ਮੋਰਚੇ ਤੋਂ, ਅਸੀਂ ਉਹ ਪ੍ਰੋਗਰਾਮ ਲਾਗੂ ਕਰਦੇ ਹਾਂ, ਤੁਹਾਡੇ ਨਾਲ ਆ। ਪਰ ਜੇ ਤੁਸੀਂ ਐਂ ਚੱਲੋਗੇ, ਹਜੇ ਤੱਕ ਤਾਂ ਤੁਸੀਂ ਮੇਰੇ ਖਿਲਾਫ ਬੋਲੇ ਹੋ। ਜੇ ਮੈਂ ਬੋਲਣ ਲੱਗ ਗਿਆ, ਕੱਪੜੇ ਫਾੜਨ ਲੱਗ ਗਿਆ, ਮੈਂ ਆਸ ਕਰਦਾ ਤੁਸੀਂ ਤੰਦਰੁਸਤ ਹੋਵੋਗੇ, ਠੀਕ ਠਾਕ ਹੋਵੋਗੇ। ਤੁਹਾਡੇ ਰੂਬਰੂ ਇਸ ਕਰਕੇ ਹੋਇਆ ਕਿਉਂਕਿ ਪੰਜਾਬ ਤੇ ਅਸੀਂ ਇੱਕ ਸੰਘਰਸ਼ ਲੜ ਰਹੇ ਹਾਂ, ਇੱਕ ਲੜਾਈ ਲੜ ਰਹੇ ਹਾਂ। ਹੁਣ ਇਸ ਗੱਲ ਨੂੰ ਸਮਝਣਾ ਬੜਾ ਜ਼ਰੂਰੀ ਆ, ਸਾਰੇ ਵਰਤਾਰੇ ਨੂੰ ਸਮਝਣਾ ਜ਼ਰੂਰੀ ਹੈ। ਚੱਲ ਕੀ ਰਿਹਾ, ਕੱਲ੍ਹ ਸਾਡੇ ਆਗੂ, ਕਿਸਾਨ ਜਥੇਬੰਦੀਆਂ ਦੇ ਆਗੂ ਇੱਕ ਟੀਮ ਬਣਾ ਕੇ ਦਿੱਲੀ ਗਏ ਸਰਕਾਰ ਨਾਲ ਗੱਲ ਕਰਨ ਵਾਸਤੇ। ਹੁਣ ਗੱਲ ਇਹ ਆ ਵੀ ਅਸੀਂ ਲੜਾਈ ਤਾਂ ਲੜ ਰਹੇ ਹਾਂ। ਕੋਈ ਵੀ ਸੰਘਰਸ਼ ਜਾਂ ਕੋਈ ਵੀ ਲੜਾਈ ਜਿੱਤਣ ਦੀ ਉਮੀਦ ਤੇ ਭਾਵਨਾ ਨਾਲ ਲੜੀ ਜਾਂਦੀ ਹੈ। ਇਹ ਗੱਲ ਵੀ ਬੜੀ ਜ਼ਰੂਰੀ ਹੁੰਦੀ ਹੈ ਉਸ ਭਾਵਨਾ 'ਚ ਵੀ ਸਾਡੀ ਜਿਹੜੀ ਸਾਡੇ ਆਗੂ ਆ ਜਾਂ ਸਾਡੀ ਲੀਡਰਸ਼ਿਪ ਆ, ਉਹਨਾਂ ਦੀ ਸੂਝ-ਬੂਝ ਤੇ ਉਹਨਾਂ 'ਚ ਪਰਪੱਕਤਾ ਤੇ ਮੈਚਿਓਰਿਟੀ ਕਿੰਨੀ ਕੁ, ਕੀ ਉਹ ਦੁਸ਼ਮਣ ਦੀਆਂ ਚਾਲਾਂ ਨੂੰ, ਦੁਸ਼ਮਣ ਦੀ ਮਾਨਸਿਕਤਾ ਨੂੰ ਜਾਂ ਦੁਸ਼ਮਣ ਦੀ ਤਾਸੀਰ ਨੂੰ ਸਮਝਦੇ ਆ ਕਿ ਨਹੀਂ, ਤੇ ਕਿੰਨੀ ਕੁ ਪਰਪੱਕ ਤਰੀਕੇ 'ਚ ਸਮਝਦੇ ਆ। ਇਹ ਗੱਲ ਸਮਝਣੀ ਬਹੁਤ ਜ਼ਰੂਰੀ ਆ। ਕਿਉਂ ਮੈਂ ਇਹ ਗੱਲ ਕਰ ਰਿਹਾ, ਅਸੀਂ ਲਾਮਬੰਦੀ ਕਰ ਲਈ, ਪਰ ਜਿਸ ਤਰੀਕੇ ਨਾਲ ਪਹਿਲਾਂ ਮੈਂ ਇਹ ਰਿਐਕਸ਼ਨ ਆ ਕੱਲ੍ਹ ਵਾਲੀ ਜਿਹੜੀ ਘਟਨਾ ਹੋਈ ਉਹਦਾ, ਜਿਸ ਤਰੀਕੇ ਨਾਲ ਅਸੀਂ ਦਿੱਲੀ ਗਏ, ਸਾਨੂੰ ਦਿੱਲੀ ਜਾਣਾ ਨਹੀਂ ਚਾਹੀਦਾ ਸੀ। ਜਦੋਂ ਤੱਕ ਸਰਕਾਰ ਸਾਨੂੰ ਕੁਝ ਵਿਸ਼ਵਾਸ ਨਹੀਂ ਦਿਵਾਉਂਦੀ ਵੀ ਸਰਕਾਰ ਸਾਡੇ ਮਸਲਿਆਂ ਪ੍ਰਤੀ ਤੇ ਸਾਡੇ ਸੰਘਰਸ਼ ਨੂੰ ਲੈ ਕੇ ਸੀਰੀਅਸ ਆ ਤੇ ਸਾਨੂੰ ਉਹਦਾ ਹੱਲ ਦੇਣਾ ਚਾਹੁੰਦੀ ਆ। ਸੋ ਜੇ ਚਲੇ ਵੀ ਗਏ ਤਾਂ ਅਸੀਂ ਇੱਕ ਬਹੁਤ ਵਧੀਆ ਮੌਕਾ, ਜਦੋਂ ਉੱਥੇ ਜਾ ਕੇ ਬੈਠ ਹੀ ਗਏ, ਉਦੋਂ ਬਾਅਦ ਇੱਕ ਬਹੁਤ ਵਧੀਆ ਮੌਕਾ ਆਪਦੇ ਹੱਥੋਂ ਗਵਾਤਾ। ਕਿਵੇਂ ਗਵਾਤਾ? ਜਦੋਂ ਸਰਕਾਰ ਦੇ ਨੁਮਾਇੰਦੇ ਸਾਡੇ ਸਾਹਮਣੇ ਬੈਠੇ ਆ ਤਾਂ ਸਾਨੂੰ ਉਹਨਾਂ ਨੂੰ ਪੋਲੀਟੀਕਲ ਡਿਪਲੋਮੇਸੀ 'ਚ ਹਰਾਉਣਾ ਚਾਹੀਦਾ ਸੀ। ਉੱਥੇ ਹੀ ਸਾਨੂੰ ਗੱਲਬਾਤ ਵਿੱਢਣੀ ਚਾਹੀਦੀ ਸੀ। ਗੱਲਬਾਤ ਕਰਨ ਵਾਸਤੇ, ਟੇਬਲ ਟਾਕ ਕਰਨ ਵਾਸਤੇ, ਜਾਂ ਜਦੋਂ ਪੋਲੀਟੀਕਲ ਡਿਪਲੋਮੇਸੀ ਸ਼ੁਰੂ ਹੁੰਦੀ ਆ ਉਦੋਂ ਪ੍ਰੈਪਰੇਸ਼ਨ ਬਹੁਤ ਜ਼ਰੂਰੀ ਆ। ਲੜਾਈ ਲੜਨੀ ਜ਼ਰੂਰੀ, ਉਨੀ ਹੀ ਜ਼ਰੂਰੀ ਪ੍ਰੈਪਰੇਸ਼ਨ ਆ ਜਿੰਨੀ ਲੜਨੀ ਜ਼ਰੂਰੀ ਆ। ਸੋ ਮੈਂ ਕਿਸਾਨ ਜਥੇਬੰਦੀਆਂ ਨੂੰ ਇੱਕ ਬੇਨਤੀ ਕਰਦਾ, ਹੱਥ ਜੋੜ ਕੇ ਬੇਨਤੀ ਕਰਦਾ ਵੀ ਸੰਘਰਸ਼ ਦਾ ਅਗੜਾ ਪੜਾਅ ਸ਼ੁਰੂ ਹੋ ਗਿਆ, ਅਸੀਂ ਰਲ ਮਿਲ ਕੇ ਲੜੀਏ। ਅੱਜ ਤੱਕ ਤੁਸੀਂ ਮੇਰੀਆਂ ਲੱਤਾਂ ਖਿੱਚਦੇ ਰਹੇ, ਪਰ ਮੈਂ ਹਮੇਸ਼ਾ ਹੀ ਇਹ ਕਹਿੰਦਾ ਰਿਹਾ ਮੈਂ ਤੁਹਾਡੇ ਨਾਲ ਆ ਤੇ ਅੱਜ ਵੀ ਨਾਲ ਆ। ਸਾਨੂੰ ਸਾਡੇ ਜਿਹੜੇ ਐਗਰੋ ਇਕੋਨਮਿਸਟਸ ਨੂੰ ਨਾਲ ਲੈਣਾ ਪਊਗਾ, ਸਾਨੂੰ ਸਾਡੇ ਲੀਗਲ ਮਾਈਂਡਸ ਨੂੰ ਨਾਲ ਲੈਣਾ ਪਊਗਾ, ਸਾਨੂੰ ਸਾਡੇ ਇੰਟਲੈਕਚੁਅਲਸ ਨੂੰ ਨਾਲ ਲੈਣਾ ਪਊਗਾ ਤੇ ਆਪਦੀ ਪ੍ਰੈਪਰੇਸ਼ਨ ਕਰਨੀ ਪਊਗੀ ਟੇਬਲ ਟਾਕ ਤੇ ਜਾਣ ਲਈ। ਹਜੇ ਜਿਹੜਾ ਸਾਰਾ ਵਰਤਾਰਾ ਮੈਂ ਦੇਖਿਆ, ਉਹਦੇ ਤੋਂ ਮੈਨੂੰ ਇਹ ਪਤਾ ਲੱਗਦਾ, ਜਾਂ ਮੇਰੀ ਜਿੰਨੀ ਕੁ ਸਮਝ ਆ, ਮੈਨੂੰ ਇਹ ਸਮਝ ਆਉਂਦੀ ਆ ਵੀ ਅਸੀਂ ਟੇਬਲ ਟਾਕ ਤੇ ਜਾਣ ਲਈ ਪ੍ਰਪੇਅਰਡ ਹੀ ਨਹੀਂ ਆ। ਤੇ ਜਦੋਂ ਟੇਬਲ ਟਾਕ ਤੇ ਜਾ ਕੇ ਬੈਠ ਜਾਂਦੇ, ਫਿਰ ਸਾਨੂੰ ਉੱਠਣਾ ਨਹੀਂ ਚਾਹੀਦਾ ਸੀ ਉੱਥੋਂ। ਫਿਰ ਅਸੀਂ ਕਹਿੰਦੇ ਵੀ ਆਓ ਬਈ ਕਰੋ ਗੱਲ। ਸਾਡੇ ਕੋਲੇ ਸਾਡੇ ਐਗਰੋ ਇਕੋਨਮਿਸਟ ਵੀ ਹੁੰਦੇ, ਲੀਗਲ ਬ੍ਰੇਨਸ ਵੀ ਹੁੰਦੇ। ਸਰਦਾਰ ਅਜਮੇਰ ਸਿੰਘ ਵਰਗੇ ਭੀਸ਼ਮ ਪਿਤਾਮਾ ਬੈਠੇ ਆ ਪੰਜਾਬ ਕੋਲੇ, ਅਸੀਂ ਉਹਨਾਂ ਦੀ ਮਦਦ ਕਿਉਂ ਨਹੀਂ ਲੈ ਰਹੇ? ਜਿਹੜੇ ਪਾਲਿਸੀ ਮੇਕਿੰਗ ਨੂੰ ਵੀ ਸਮਝਦੇ ਆ, ਜਾਂ ਰਿਟਾਇਰਡ IAS ਆਫਿਸਰ ਆ ਜਿਹੜੇ ਪਾਲਿਸੀ ਮੇਕਿੰਗ ਦੇ, ਉਹਨਾਂ ਦੀ ਮਦਦ ਕਿਉਂ ਨਹੀਂ ਲੈ ਰਹੇ? ਮੁੰਟੇਕ ਸਿੰਘ ਆਹਲੂਵਾਲੀਆ ਪੰਜਾਬ ਗਵਰਨਮੈਂਟ ਦੇ ਪੈਨਲ ਤੇ ਆ, ਉਹਨਾਂ ਦੀ ਮਦਦ ਕਿਉਂ ਨਹੀਂ ਲੈ ਰਹੇ? ਰਘੂ ਰਾਮਨ ਜਿਹੜੇ ਰਿਜ਼ਰਵ ਬੈਂਕ ਆਫ ਇੰਡੀਆ ਦੇ ਗਵਰਨਰ ਆ, ਰਿਟਾਇਰਡ ਹੋਏ, ਉਹ ਗਵਰਨਮੈਂਟ ਦੀਆਂ ਪਾਲਿਸੀਜ਼ ਨੂੰ ਹਮੇਸ਼ਾ ਹੀ ਨਿੰਦਦੇ ਰਹਿੰਦੇ। ਅਸੀਂ ਉਹਨਾਂ ਦੀ ਮਦਦ ਕਿਉਂ ਨਹੀਂ ਲੈ ਰਹੇ? ਅਸੀਂ ਕਿਉਂ ਨਹੀਂ ਸਮਝ ਰਹੇ ਵੀ ਇਹ ਲੜਾਈ ਮਾਡਰਨ ਪੋਲੀਟੀਕਲ ਡਿਪਲੋਮੇਸੀ
ਦੇ ਆਧਾਰ ਤੇ ਹੀ ਲੜੀ ਜਾਣੀ ਚਾਹੀਦੀ ਹੈ। ਸਾਡਾ ਨੈਗੋਸ਼ੀਏਟਰ ਕੌਣ ਹੋਊਗਾ, ਉਹ ਕਿੰਨਾ ਕੁ ਸਟਰੋਂਗ ਆ ਸਾਡਾ ਨੈਗੋਸ਼ੀਏਟਰ, ਇਹ ਸਾਰੀਆਂ ਗੱਲਾਂ ਦਾ ਜਵਾਬ ਕੌਣ ਦੇਊਗਾ, ਜਾਂ ਸਾਡੇ ਬਲੂਪ੍ਰਿੰਟ ਕੀ ਆ। ਹੁਣ ਜਿੱਥੇ ਅਸੀਂ ਖੜੇ ਆ, ਸੰਘਰਸ਼ ਨੂੰ ਮੋਰਚਿਆਂ 'ਚੋਂ ਚੱਕ ਕੇ ਜਾਂ ਧਰਨਿਆਂ 'ਚੋਂ ਚੱਕ ਕੇ ਲੋਕਾਂ ਦੇ ਘਰਾਂ ਤੱਕ ਕਿਵੇਂ ਲੈ ਕੇ ਜਾਣਾ, ਇਸ ਗੱਲ ਤੇ ਗੱਲ ਕਿਉਂ ਨਹੀਂ ਕੀਤੀ ਜਾ ਰਹੀ। ਇਸ ਸੰਘਰਸ਼ ਨੂੰ ਇੱਕ ਨੈਸ਼ਨਲ ਕੋਆਰਡੀਨੇਸ਼ਨ ਕਮੇਟੀ ਬਣਾ ਕੇ ਨੈਸ਼ਨਲ ਪੱਧਰ ਤੇ ਕਿਉਂ ਨਹੀਂ ਲੈ ਕੇ ਜਾ ਰਹੇ, ਉਹ ਲਾਮਬੰਦੀ ਕਿਉਂ ਨਹੀਂ ਕਰ ਰਹੇ, ਕਿਉਂਕਿ ਸੈਂਟਰ ਸਰਕਾਰ ਤਾਂ ਸੂਬਿਆਂ ਦੇ ਅਗੇਂਸਟ ਲੱਗੀ ਹੋਈ ਆ। ਅੱਜ ਮਹਾਰਾਸ਼ਟਰ ਤੁਹਾਡਾ ਸਾਥ ਦੇਣ ਨੂੰ, ਤੁਹਾਡੇ ਨਾਲ ਖੜਨ ਨੂੰ ਤਿਆਰ ਆ, ਤਾਮਿਲਨਾਡੂ ਤੁਹਾਡੇ ਨਾਲ ਖੜਨ ਨੂੰ ਤਿਆਰ ਆ, ਸਾਊਥ ਦੇ 7 ਸਟੇਟ ਤੁਹਾਡੇ ਨਾਲ ਖੜਨ ਨੂੰ ਤਿਆਰ ਆ, ਹਰਿਆਣਾ ਤੁਹਾਡੇ ਨਾਲ ਖੜਾ, ਰਾਜਸਥਾਨ ਤੁਹਾਡੇ ਨਾਲ ਖੜਨ ਨੂੰ ਤਿਆਰ ਆ। ਅਸੀਂ ਉਹਨਾਂ ਸੂਬਿਆਂ ਨੂੰ ਕਿਉਂ ਨਹੀਂ ਨਾਲ ਲੈ ਰਹੇ? ਜਦੋਂ ਪੰਚਾਇਤਾਂ ਤੋਂ ਮਤੇ ਪਵਾ ਰਹੇ ਆ ਤਾਂ ਫਿਰ ਇੱਕ ਨੈਸ਼ਨਲ ਕੋਆਰਡੀਨੇਸ਼ਨ ਕਮੇਟੀ ਰਜਿਸਟਰ ਕਰਕੇ, ਸੁਸਾਇਟੀਜ਼ ਐਕਟ ਦੇ ਅੰਡਰ ਰਜਿਸਟਰ ਕਰਕੇ ਉਹਨਾਂ ਮਤਿਆਂ ਨੂੰ ਲੀਗਲ ਕਿਉਂ ਨਹੀਂ ਕਰਾ ਰਹੇ? ਅਸੀਂ ਪਬਲਿਕ ਓਪੀਨੀਅਨ ਨੂੰ ਕਿਉਂ ਨਹੀਂ ਅਸੀਂ ਕ੍ਰੀਏਟ ਕਰ ਰਹੇ ਵੀ ਪਬਲਿਕ ਓਪੀਨੀਅਨ ਗਵਰਨਮੈਂਟ ਦੀ ਪਾਲਿਸੀਜ਼ ਦੇ ਅਗੇਂਸਟ ਆ, ਡੈਮੋਕ੍ਰੈਟਿਕ ਸਟਰਕਚਰ ਦੇ ਹੀ ਜਿਹੜੀ ਗਵਰਨਮੈਂਟ ਆ ਉਹ ਉਹਦੇ ਅਗੇਂਸਟ ਕੰਮ ਕਰ ਰਹੀ ਆ। ਵੀ ਪਬਲਿਕ ਓਪੀਨੀਅਨ ਜਦੋਂ ਕੱਲ੍ਹ ਨੂੰ ਸੁਪਰੀਮ ਕੋਰਟ ਜਾਵਾਂਗੇ, ਚੈਲੰਜ ਕਰਾਂਗੇ। ਇਹ ਜਿਹੜੇ ਸਾਰੇ ਡਾਕੂਮੈਂਟ ਆ, ਇਹਨਾਂ ਨੇ ਬਹੁਤ ਵੱਡੀ ਸਾਡੀ ਭੂਮਿਕਾ ਅਦਾ ਕਰਨੀ ਆ ਲੜਾਈ ਜਿੱਤਣ 'ਚ। ਸੋ ਕਿਉਂ ਨਹੀਂ ਸਿਰ ਜੋੜ ਕੇ ਬੈਠ ਰਹੇ ਅਸੀਂ, ਕਿਉਂ ਲੱਤਾਂ ਖਿੱਚ ਰਹੇ ਹਾਂ? ਹਜੇ ਤੱਕ ਤਾਂ ਮੈਂ ਕਿਸਾਨ ਯੂਨੀਅਨ ਜਾਂ ਉਹਨਾਂ ਦੇ ਆਗੂਆਂ ਦੇ ਅਗੇਂਸਟ ਨਹੀਂ ਬੋਲਿਆ, ਅਸੀਂ ਹੁਣ ਵੀ ਨਹੀਂ ਬੋਲਦਾ। ਤੁਸੀਂ ਪ੍ਰੋਗਰਾਮ ਦਿਓ, ਅਸੀਂ ਉਸ ਪ੍ਰੋਗਰਾਮ ਦੇ ਅਕੋਰਡਿੰਗਲੀ ਚੱਲਾਂਗੇ, ਪਰ ਉਹ ਪ੍ਰੋਗਰਾਮ ਤਾਂ ਸਿਰ ਜੋੜ ਕੇ ਬੈਠੀਏ, ਉਹਦੇ ਤੇ ਸੰਵਾਦ ਤਾਂ ਹੋਵੇ ਤਾਂ ਫਿਰ। ਸੋ ਮੈਂ ਜਿਹੜੀ ਗੱਲ ਕਹਿ ਰਿਹਾ ਸੀ, ਜਿਹੜਾ ਪ੍ਰੋਗਰਾਮ ਉਹਦੇ ਤੇ ਸੰਵਾਦ ਹੋਵੇ, ਇੱਕ ਪ੍ਰੋਗਰਾਮ ਸਾਂਝੇ ਤੌਰ ਤੇ ਮਿਥੀਏ। ਇਹ ਆਗੂਆਂ ਦੀ ਲੜਾਈ ਆ ਕਿ ਕਿਸਾਨਾਂ ਦੀ ਲੜਾਈ ਆ? ਆਗੂਆਂ ਦੀ ਲੜਾਈ ਆ ਕਿ ਲੋਕਾਂ ਦੀ ਲੜਾਈ ਆ? ਸੋ ਮੇਰੀ ਤਾਂ ਹੱਥ ਜੋੜ ਕੇ ਬੇਨਤੀ ਆ ਸਾਰੀ ਕਿਸਾਨ ਜਥੇਬੰਦੀਆਂ ਨੂੰ, ਤੁਸੀਂ ਵਧੀਆ ਕੰਮ ਕਰ ਰਹੇ ਹੋ, ਪਰ ਮਾਡਰਨ ਜਿਹੜੀ ਅੱਜ ਦੀ ਤੁਸੀਂ ਇਹ ਕਹਿ ਲਓ ਪੋਲੀਟੀਕਲ ਸਿਚੁਏਸ਼ਨ ਆ ਜਾਂ ਸਾਰੀ ਜੀਓ ਪੋਲੀਟਿਕਸ ਆ, ਉੱਥੇ ਕੰਮ ਕਿਵੇਂ ਕਰਨਾ, ਕਾਰਪੋਰੇਟਸ ਕਿਵੇਂ ਕੰਮ ਕਰ ਰਹੇ ਆ, ਸਰਕਾਰ ਦੀ ਪਾਲਿਸੀ ਮੇਕਿੰਗ ਕੀ ਆ, ਸਰਕਾਰ ਕੋਲੇ ਪਾਲਿਸੀ ਮੇਕਰਸ ਬੈਠੇ ਆ, ਉਹਨਾਂ ਦੇ ਥਿੰਕ ਟੈਂਕਸ ਬੈਠੇ ਆ, ਸਾਡੇ ਕੋਲੇ ਕੌਣ ਆ, ਸਾਡੀ ਟੀਮ ਕਿਹੜੀ ਆ? ਕਿਉਂਕਿ ਇਨ ਦੀ ਐਂਡ ਟੀਮ ਨੇ ਹੀ ਲੜਨਾ। ਜੇ ਅਸੀਂ ਕਹੀਏ ਸੰਘਰਸ਼ਾਂ ਨੂੰ ਅਸੀਂ ਮੋਰਚਿਆਂ ਤੇ ਧਰਨਿਆਂ 'ਚ ਬੈਠ ਕੇ ਜਿੱਤ ਲਾਂਗੇ, ਨਹੀਂ ਜਿੱਤਿਆ ਜਾਣਾ। ਸਾਨੂੰ ਟੀਮ ਬਣਾਉਣੀ ਪੈਣੀ ਆ। ਟੀਮ 'ਚ ਸਾਡੇ ਇਕੋਨੋਮਿਸਟ, ਸਾਡੇ ਲੀਗਲ ਮਾਈਂਡਸ, ਸਾਡੇ ਪਾਲਿਸੀ ਮੇਕਿੰਗ ਨੂੰ ਸਮਝਣ ਵਾਲੇ ਮਾਈਂਡਸ, ਤੁਸੀਂ ਕਿਸਾਨ ਆਗੂ, ਅਸੀਂ ਤੁਹਾਡੇ ਨਾਲ ਲੱਗਦੇ ਹਾਂ। ਚਲੋ ਲੱਗੋ ਅੱਗੇ। ਸਾਨੂੰ ਦੇਖੋ, ਸੰਘਰਸ਼ ਨੂੰ ਕਿਸੇ ਹੋਰ ਪਾਸੇ ਨਾ ਲੈ ਕੇ ਜਾਈਏ। ਸੰਘਰਸ਼ ਅਸੀਂ ਜਿੱਤ ਸਕਦੇ ਹਾਂ, ਜਿੱਤ ਸਾਡੀ ਹੋਊ। ਸਾਨੂੰ ਕਿਤੇ ਜਾਣ ਦੀ ਜ਼ਰੂਰਤ ਨਹੀਂ, ਦਿੱਲੀ ਇੱਥੇ ਆਊ। ਸਾਡਾ ਬਲੂਪ੍ਰਿੰਟ ਕੀ ਹੋਣਾ ਚਾਹੀਦਾ? ਹੁਣ ਸਵਾਮੀਨਾਥਨ ਰਿਪੋਰਟ ਨੂੰ ਅਸੀਂ 3 ਨੰਬਰ ਤੇ ਰੱਖਿਆ ਸੀ, ਹੋ ਸਕਦਾ ਪਹਿਲੇ ਨੰਬਰ ਤੇ ਰੱਖਣੀ ਪੈ ਜੇ, ਹੋ ਸਕਦਾ ਦੂਜੇ ਨੰਬਰ ਤੇ ਸਾਨੂੰ ਇਹ ਕਹਿਣਾ ਪੈ ਜੇ ਕੌਮਾਂਤਰੀ ਪੱਧਰ ਤੇ ਸਾਡੀਆਂ ਫਸਲਾਂ ਵੇਚਣ ਦਾ ਸਾਨੂੰ ਹੱਕ ਦਿਓ। ਹੋ ਸਕਦਾ ਸਾਨੂੰ ਇਹ ਕਹਿਣਾ ਪੈ ਜੇ ਵੀ ਇਹ 3 ਆਰਡੀਨੈਂਸ ਰੱਦ ਕਰੋ, ਉਦੋਂ ਪਹਿਲਾਂ ਅਸੀਂ ਤੁਹਾਡੇ ਨਾਲ ਗੱਲਬਾਤ ਤੇ ਨਹੀਂ ਬਹਿੰਦੇ। ਸਾਡਾ ਰੂਪਰੇਖਾ ਕੀ ਹੋਣੀ ਚਾਹੀਦੀ ਆ, ਸੇਧ ਕੀ ਹੋਣੀ ਚਾਹੀਦੀ ਆ? ਕੱਲ੍ਹ ਨੂੰ ਗਵਰਨਮੈਂਟ ਦਾ ਪ੍ਰੈਸ਼ਰ ਪੈਂਦਾ, ਕਿਉਂਕਿ ਉਹਨਾਂ ਨੇ ਇੱਕ ਗੱਲ ਹੋਰ ਆ, ਜਦੋਂ 7 ਜਾਣੇ ਇੱਕ ਕਮੇਟੀ ਬਣਾ ਕੇ ਗਏ, ਉਹਨਾਂ ਨੇ ਸੱਤਾ ਨੂੰ ਨਹੀਂ ਖਰੀਦਣਾ, ਉਹਨਾਂ ਨੇ ਇੰਡੀਵਿਜੂਅਲਸ ਨੂੰ ਅਟੈਕ ਕਰਨਾ, ਇੱਕ ਬੰਦੇ ਨੂੰ ਖਰੀਦਣਾ। ਕਿਉਂਕਿ ਜਦੋਂ ਸਰਕਾਰ ਦੀਆਂ ਨੀਤੀਆਂ ਨੂੰ ਨਹੀਂ ਅਸੀਂ ਸਮਝਾਂਗੇ, ਉਹਨਾਂ ਦੀ ਮਾਨਸਿਕਤਾ, ਉਹਨਾਂ ਦੀ ਤਾਸੀਰ ਨਹੀਂ ਸਮਝਾਂਗੇ। ਇੰਡੀਅਨ ਸਟੇਟ ਨਾਲ ਲੜ ਰਹੇ ਆ, ਖਾਲਾ ਜੀ ਦਾ ਵਾੜਾ ਨਹੀਂ ਆ। ਮੈਂ ਪਹਿਲਾਂ ਹੀ ਕਿਹਾ ਸੀ, ਸਾਡਾ ਮੋਮੈਂਟਮ ਤੋੜਨ ਵਾਸਤੇ ਸਰਕਾਰ ਸਾਨੂੰ ਬੁਲਾ ਰਹੀ ਆ ਤੇ ਸਾਨੂੰ ਨਹੀਂ ਜਾਣਾ ਚਾਹੀਦਾ ਜਦੋਂ ਤੱਕ ਸਰਕਾਰ ਇਹ ਵਿਸ਼ਵਾਸ ਨਾ ਦਿਵਾਵੇ ਵੀ ਅਸੀਂ ਸੀਰੀਅਸ ਆ, ਤੁਹਾਨੂੰ ਤੁਹਾਡੇ ਮਸਲਿਆਂ ਦਾ ਹੱਲ ਦੇਣ। ਤੇ ਮੇਰੀ ਬੇਨਤੀ ਆ, ਰਲ ਮਿਲ ਕੇ ਇਕੱਠੇ ਲੜੀਏ, ਇੱਕ ਦੂਜੇ ਦੀਆਂ ਲੱਤਾਂ ਨਾ ਖਿੱਚੀਏ। ਤੁਸੀਂ ਪ੍ਰੋਗਰਾਮ ਦਿਓ, ਸ਼ੰਭੂ ਮੋਰਚੇ ਤੋਂ ਅਸੀਂ ਉਹ ਪ੍ਰੋਗਰਾਮ ਲਾਗੂ ਕਰਦੇ ਹਾਂ, ਤੁਹਾਡੇ ਨਾਲ ਆ। ਪਰ ਜੇ ਤੁਸੀਂ ਐਂ ਚੱਲੋਗੇ, ਹਜੇ ਤੱਕ ਤਾਂ ਤੁਸੀਂ ਮੇਰੇ ਖਿਲਾਫ ਬੋਲੇ ਹੋ, ਜੇ ਮੈਂ ਬੋਲਣ ਲੱਗ ਗਿਆ, ਕੱਪੜੇ ਫਾੜਨ ਲੱਗ ਗਿਆ, ਫਿਰ ਉਹ ਹੁੰਦਾ ਤਾਰਪੀੜੋ ਸੰਘਰਸ਼ ਨੂੰ ਕਰਨਾ। ਮੈਂ ਉਦੋਂ ਦਾ ਕਹਿ ਰਿਹਾ, ਅਸੀਂ ਇਕੱਠੇ ਹਾਂ ਜੀ। ਸਾਡੀ ਪੰਚਾਇਤ ਆ ਇੱਕ, ਉਸ ਪੰਚਾਇਤ ਨੂੰ ਜਿਹੜੇ ਸਾਡੇ ਥਿੰਕ ਟੈਂਕਸ ਆ ਉਹਨਾਂ ਨੂੰ ਨਾਲ ਬਿਠਾਓ, ਤੁਹਾਨੂੰ ਅੱਗੇ ਲਾਉਣੇ ਆ ਕਿਸਾਨ ਜਥੇਬੰਦੀਆਂ ਨੂੰ। ਦੇਖੋ, ਤੁਸੀਂ ਬੜੇ ਸੰਘਰਸ਼ ਲੜੇ ਆ, 50-50, 70-70 ਸਾਲ ਹੋ ਗਏ। ਉਹ ਸੰਘਰਸ਼ਾਂ ਨੇ ਸਾਨੂੰ ਸਿਸਟਮ ਕੀ ਦਿੱਤਾ? ਸਿਸਟਮ ਤਾਂ ਦਿੱਤਾ ਵੀ ਖੁਦਕੁਸ਼ੀਆਂ, ਸਿਸਟਮ ਦਿੱਤਾ ਕਰਜ਼ੇ, ਸਿਸਟਮ ਦਿੱਤਾ ਮਜ਼ਦੂਰਾਂ ਦੀ ਪੱਲੇਦਾਰ ਯੂਨੀਅਨ, ਇਹਨਾਂ ਸਾਰਿਆਂ ਦੇ ਲੁੱਟ ਖਸੁੱਟ। ਇਹ ਸਿਸਟਮ ਨੂੰ ਚੇਂਜ ਕਰੀਏ। ਹੁਣ ਕਿਵੇਂ ਨਾ ਕਿਵੇਂ ਆਪਾਂ ਆਪਸੀ ਵਖਰੇਵੇਂ ਬਾਅਦ 'ਚ ਨਜਿੱਠ ਲਾਂਗੇ। ਮਕਸਦ ਤਾਂ ਇੱਕ ਹੈ ਨਾ, ਦਿੱਲੀ ਨਾਲ ਲੜਾਈ ਲੜਨਾ। ਸੋ ਉਸ ਮਕਸਦ ਤੇ ਰਹੀਏ। ਮੇਰੀ ਅਰਦਾਸ ਵੀ ਆ ਸੰਗਤ ਨੂੰ ਤੇ ਮੇਰੀ ਕਿਸਾਨ ਯੂਨੀਅਨ ਨੂੰ ਬੇਨਤੀ ਆ
ਵੀ ਆਪਾਂ ਇਕੱਠੇ रल मिल के एक परपक्क तौर पर एक टीम बना के इस संघर्ष नूं लड़ीए। सानू बड़ी उस टीम की जरूरत आ, सानू प्रैपरेशन की जरूरत आ। जे साडी प्रैपरेशन नहीं होगी तो असीं टेबल टॉक च जाके हार जाएंगे। सानू नैगोशिएटर्स नूं आपदिआं नूं स्ट्रोंग करन दी जरूरत आ। साडे नैगोशिएटर कौन होणगे ये भी डिसाइड करन दी जरूरत आ। इंनियां क गल्लां मैं तुहाडे नाल करनियां सी। मेरे वल्लों बहुत सारा प्यार ते सत्कार। जिउंदे वसदे रहो। सत श्री अकाल।